देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। सो अज की डेट के एकदम इलैक्शनां की बिगल बजा दी है भी अगर इलैक्शन कमिश्नर अपॉइंट हो गए ने तो शायद इलैक्शन हो जाएगी। ये बिल्कुल गलत गल है और ये मतलब एक भरम वाली गल है। तो इलैक्शन एड्डी जल्दी नहीं हो सकती। हमेशा मन्निया जाता है कि SGPC के उपर जिहड़ी धिर का कब्जा हुंदा वो पंथक धिर वो ही मन्नी जाती है। श्रोमणी अकाली दल बादल कोई अज का नहीं, पिछले टौड़ा साहब वेले तो ही वह कब्जा अकाली दल का ही रहा है। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ SGPC ਚੋਣਾਂ ਦੀ, ਕਿਉਂਕਿ SS ਸਾਰੋ ਨੂੰ ਜਦੋਂ ਤੋਂ ਇਲੈਕਸ਼ਨ ਕਮਿਸ਼ਨਰ ਬਣਾਇਆ ਗਿਆ ਹੈ SGPC ਚੋਣਾਂ ਦੇ ਲਈ, ਉਦੋਂ ਤੋਂ ਸਾਰੀਆਂ ਪੰਥਕ ਧਿਰਾਂ ਚਾਹੇ ਜੋ ਅਕਾਲੀ ਦਲ ਹੈਗੇ ਨੇ ਜਾਂ ਦੂਸਰੀਆਂ ਜੋ ਸਿਰਕੱਢ ਪੰਥਕ ਅਕਾਲੀ ਧਿਰਾਂ ਹੈਗੀਆਂ ਨੇ ਉਹ ਸਾਰੀਆਂ ਇਸ ਵਕਤ ਪੂਰੀਆਂ ਤਿਆਰ ਬੈਠੀਆਂ ਨੇ। ਕੌਨਫਰੈਂਸਿਸ ਹੋ ਰਹੀਆਂ ਨੇ ਕਿ ਜਿਹੜੀਆਂ SGPC ਦੀਆਂ ਚੋਣਾਂ ਨੇ ਉਹ ਅਸੀਂ ਜਿੱਤਣੀਆਂ ਨੇ, ਬਾਦਲਾਂ ਦੇ ਕਬਜ਼ੇ ਦੇ ਵਿੱਚੋਂ SGPC ਨੂੰ ਕੱਢਣਾ ਹੈਗਾ। ਤੇ ਜੋ ਸਿੱਖ ਸੰਗਤ ਹੈਗੀ ਆ ਉਹਨਾਂ ਦੇ ਵਿੱਚ ਵੀ ਇੱਕ ਬੜੀ ਹਰਸ਼ੋਲਾਸ ਵਾਲੀ ਲਹਿਰ ਦੌੜੀ ਹੋਈ ਹੈ ਕਿ SGPC ਚੋਣਾਂ ਆਖਿਰ 9 ਸਾਲ ਦੇ ਵਕਫੇ ਤੋਂ ਬਾਅਦ ਹੋਣ ਜਾ ਰਹੀਆਂ ਨੇ। ਪਰੰਤੂ ਕੀ ਇਹ ਅਮਲੀ ਤੌਰ ਦੇ ਉੱਤੇ ਇਹ ਹੋਣਗੀਆਂ ਹੋ ਸਕਣਗੀਆਂ? ਇਹਦੇ ਵਾਸਤੇ ਗੱਲਬਾਤ ਕਰਨ ਵਾਸਤੇ ਅੱਜ ਮੇਰੇ ਨਾਲ ਮੌਜੂਦ ਹੈ ਨੇ ਸਹਿਜਧਾਰੀ ਸਿੱਖ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਪਰਮਜੀਤ ਰਾਣੂ ਜੀ, ਕਿਉਂਕਿ ਰਾਣੂ ਸਾਹਿਬ ਨੇ ਵੀ SGPC ਦੀਆਂ ਚੋਣਾਂ ਕਰਵਾਉਣ ਵਾਸਤੇ ਇੱਕ ਲਿਟੀਗੇਸ਼ਨ ਪਾਈ ਹੋਈ ਸੀਗੀ SGPC ਚੋਣਾਂ ਦੇ ਉੱਪਰ, ਤਾਂ ਕਿ ਇਹ ਚੋਣਾਂ ਠੀਕ ਠਾਕ ਤਰੀਕੇ ਨਾਲ ਕਰਾਈਆਂ ਜਾ ਸਕਣ ਤੇ ਜੋ ਇਹਨਾਂ ਦੇ ਅੱਗੇ ਲਾਜ਼ ਹੈਗੇ ਨੇ ਜਾਂ ਜੋ ਇਹਨਾਂ ਦੀਆਂ ਨਿਯਮ ਤੇ ਸ਼ਰਤਾਂ ਕਾਨੂੰਨ ਹੈਗੇ ਨੇ ਉਹ ਉੱਦਾਂ ਹੀ ਰੱਖੇ ਜਾਣ, ਉਹਨਾਂ ਦੇ ਵਿੱਚ ਕੋਈ ਬਦਲੀ ਨਾ ਹੋਵੇ। ਰਾਣੂ ਸਾਹਿਬ, ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਇਸ ਵਕਤ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੋਈਆਂ ਨੇ ਅਕਾਲੀ ਦਲ ਬਾਦਲ ਦੇ ਖਿਲਾਫ, ਤੇ ਉਹਨਾਂ ਦਾ ਕਹਿਣਾ ਹੈ ਕਿ SS ਸਾਰੋ ਸਾਹਿਬ ਨੂੰ ਚੋਣ ਕਮਿਸ਼ਨ ਬਣਾ ਦਿੱਤਾ ਹੋਇਆ ਹੈ, ਛੇਤੀ ਹੀ ਚੋਣਾਂ ਹੋਣਗੀਆਂ। ਕੀ ਇਹ ਪੋਸੀਬਲ ਹੈ? देखो जी, मैं एक कहावत कहते हैं ना भी बिना पानी तो मौजे ला के फिरना, वो समझदा कि वो इन्हां ते ढुकवीं है। हालांकि मैं कोई इन्हां दा विरोधी नहीं है पंथक धिरां दा। मैं चाहुंदा कि इलैक्शनां होणीਆਂ ਚਾਹੀਦੀਆਂ ਨੇ और साडी जिहड़ी धिर है सਹਿਜਧਾਰੀ सिख पार्टी, असीं तां शुरू तो कहते सी कि इलैक्शनां होणीਆਂ ਚਾਹੀਦੀਆਂ और जिहड़ा हैगा एडमिनिस्ट्रेशन चेंज होनी चाहिए। पर जो अज का मौजूदा स्थिति है जो वो ये है कि इत्थे 2 टैक्नीकल केसिस ने कोर्टां दे विच, जिन्हां दे करके इलैक्शनां शायद 2 या 3 साल भी हले मुलतवी हो सकदियां ने, ज़्यादा समा भी लंघ सकदा इन्हां दा। सो अज की डेट दे विच एकदम इलैक्शनां की बिगल बजा दी है भी अगर इलैक्शन कमिश्नर अपॉइंट हो गए ने तो शायद इलैक्शन हो जाएगी। ये बिल्कुल गलत गल है और ये मतलब एक भरम वाली गल है। तो इलैक्शन एड्डी जल्दी नहीं हो सकदियां। ਰਾਣੂ ਸਾਹਿਬ, ਸਰਕਾਰ ਵੱਲੋਂ ਇਹ ਡਿਕਲੇਅਰ ਕਰ ਦਿੱਤਾ ਗਿਆ ਤੇ ਸਾਰੋ ਸਾਹਿਬ ਨੂੰ ਚੋਣ ਕਮਿਸ਼ਨਰ ਲਗਾ ਦਿੱਤਾ ਗਿਆ। ਆਖਿਰ ਇਹੋ ਜਿਹੀਆਂ ਕਿਹੜੀਆਂ ਰੁਕਾਵਟਾਂ ਨੇ ਜਿਨ੍ਹਾਂ ਕਰਕੇ ਤੁਸੀਂ ਕਹਿ ਰਹੇ ਹੋ ਕਿ ਇਹ ਚੋਣਾਂ ਮੁਸ਼ਕਿਲ ਨੇ ਹੋਣੀਆਂ ਜਾਂ 2-3 ਸਾਲ ਦੇ ਵਕਫੇ ਨਾਲ ਅਜੇ ਹੋਰ ਅੱਗੇ ਹੋਣਗੀਆਂ? ਗਰਚਾ ਸਾਹਿਬ, 5 ਰਿਟ ਪਟੀਸ਼ਨਾਂ ਪੈਂਡਿੰਗ ਸਨ ਸਾਰੋ ਸਾਹਿਬ ਦੀ ਅਪਾਇੰਟਮੈਂਟ ਤੋਂ ਪਹਿਲਾਂ, ਜਿਹਦੇ 'ਚ 3 ਇਲੈਕਸ਼ਨਾਂ ਦੇ ਸੰਬੰਧਿਤ ਸੀਗੀਆਂ ਕਿ ਚੋਣ ਕਮਿਸ਼ਨਰ ਲਗਾਇਆ ਜਾਵੇ ਔਰ ਇਲੈਕਸ਼ਨਾਂ ਕਰਾਈਆਂ ਜਾਣ। ਜਦੋਂ ਸਾਰੋ ਸਾਹਿਬ ਨੂੰ ਅਪਾਇੰਟ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ 3 ਜਿਹੜੀਆਂ ਰਿਟਾਂ ਸੀ ਉਹ ਇਨਫਰੈਕਚੁਅਸ ਹੋ ਗਈਆਂ, ਖਾਰਜ ਹੋ ਗਈਆਂ, ਬਿਕੋਜ਼ ਇਲੈਕਸ਼ਨ ਕਮਿਸ਼ਨਰ ਲਾਉਣਾ ਹੀ ਉਹਨਾਂ ਦੀ ਮੰਗ ਸੀ ਤੇ ਚੋਣਾਂ ਕਰਵਾਉਣਾ ਉਹਨਾਂ ਦਾ ਮੁੱਦਾ ਸੀ। ਤੇ ਨੈਚੁਰਲ ਆ ਚੋਣਾਂ ਦਾ ਪ੍ਰੋਸੈਸ ਸਟਾਰਟ ਹੋ ਜਾਂਦਾ ਜਦੋਂ ਇਲੈਕਸ਼ਨ ਕਮਿਸ਼ਨਰ ਦੀ ਅਪਾਇੰਟਮੈਂਟ ਹੋ ਜਾਂਦੀ ਹੈ। ਸੋ ਇਲੈਕਸ਼ਨ ਕਮਿਸ਼ਨਰ ਅਪਾਇੰਟ ਹੋ ਗਏ ਨੇ। ਪਰ ਦੂਸਰੀਆਂ ਜਿਹੜੀਆਂ 2 ਮੇਨ ਰਿਟਾਂ ਨੇ, ਇੱਕ ਹੈਗੀ ਹੈ ਸਾਡੀ ਜਿਹੜੀ ਸਹਿਜਧਾਰੀ ਸਿੱਖਾਂ ਦੇ ਵੋਟ ਅਧਿਕਾਰ ਦੀ ਗੱਲ ਸੀ। ਜਦ 2016 ਅਕਤੂਬਰ ਦੇ ਵਿੱਚ ਇਹ ਅਮੈਂਡਮੈਂਟ ਆਈ ਹੈ, ਗੁਰਦੁਆਰਾ ਐਕਟ ਦੇ ਵਿੱਚ ਸੋਧ ਕੀਤੀ ਗਈ, ਸਾਡਾ ਮਾਮਲਾ ਉਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਸੀ ਔਰ ਸੁਪਰੀਮ ਕੋਰਟ ਨੇ ਉਸ ਵੇਲੇ ਸਾਨੂੰ ਇੱਕ ਸਪੈਸ਼ਲ ਲਿਬਰਟੀ ਦਿੱਤੀ ਹੈ। ਸੰਵਿਧਾਨਿਕ ਵੈਧਤਾ ਉਸ ਜਿਹੜਾ ਐਕਟ ਦੀ ਅਮੈਂਡਮੈਂਟ ਸੀ ਉਹਦੀ ਸੰਵਿਧਾਨਿਕ ਵੈਧਤਾ, ਜਿਹਨੂੰ ਕਨਸਟੀਟਿਊਸ਼ਨਲ ਵੈਲਿਡਿਟੀ ਕਹਿੰਦੇ ਆ, ਉਹਨੂੰ ਚੈਲੰਜ ਕਰਨ ਵਾਸਤੇ ਸੁਪਰੀਮ ਕੋਰਟ ਨੇ ਇੱਕ ਸਪੈਸ਼ਲ ਲਿਬਰਟੀ ਦਿੱਤੀ ਹੈ ਔਰ ਅਸੀਂ ਉਸ ਨੂੰ ਚੁਣੌਤੀ ਦਿੱਤੀ ਹੋਈ ਹੈ। ਮਾਨਯੋਗ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਜੀ ਕੋਲ ਸਾਡਾ ਕੇਸ ਪੈਂਡਿੰਗ ਆ, ਜਿਹਦੀ ਅਗਲੀ ਜਿਹੜੀ ਸੁਣਵਾਈ ਹੈ ਉਹ 21 ਜਨਵਰੀ ਹੈਗੀ ਆ। ਦੂਸਰੀ ਗੱਲ, ਦੂਸਰਾ ਜਿਹੜਾ ਕੇਸ ਹੈਗਾ ਉਹ ਹੈਗਾ ਜਿਹੜੀ ਹਰਿਆਣੇ ਦੀ SGPC ਆ। ਹੁਣ ਹਰਿਆਣੇ ਦੀ SGPC ਜਿਹੜੀ ਹੈ ਉਹ ਬਕਾਇਦਾ ਇੱਕ ਸੈਚੂਟਰੀ ਬੋਡੀ ਹੈ ਜਿਹੜੀ ਵਿਧਾਨ ਸਭਾ ਨੇ ਕੰਸਟੀਟਿਊਟ ਕੀਤੀ ਹੈ, ਕਾਨੂੰਨ ਬਣਾਇਆ ਹਰਿਆਣਾ ਦੇ ਸਿੱਖਾਂ ਦੇ ਗੁਰਧਾਮਾਂ ਦੀ ਦੇਖਰੇਖ ਵਾਸਤੇ, ਤੇ ਉਹ ਪੈਂਡਿੰਗ ਪਿਆ, ਉਹਨੂੰ ਚੁਣੌਤੀ ਦਿੱਤੀ ਗਈ ਹੈ ਔਰ ਉਹ ਚੁਣੌਤੀ ਜਿਹੜੀ ਹੈਗੀ ਆ ਉਹ ਇਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਹੈ, ਜਿੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਚੁਣੌਤੀ ਦਿੱਤੀ ਗਈ ਹੈ। ਹੁਣ ਇੱਥੇ ਇੱਕ ਟੈਕਨੀਕਲ ਪੁਆਇੰਟ ਇਹ ਹੈ ਕਿ ਜਿਹੜੀ ਚੁਣੌਤੀ ਆ ਉਹਦੇ ਵਿੱਚ ਜੋ ਸਟੇ ਹੋਇਆ ਉਹ ਲਾਅ ਐਂਡ ਆਰਡਰ ਸਿਚੁਏਸ਼ਨ ਵਾਸਤੇ ਸਟੇ ਹੈ, ਨਾ ਕਿ SGPC ਲਈ ਕੋਈ ਸਟੇ ਹੋਇਆ। ਇਹਦਾ ਮਤਲਬ ਮਾਨਯੋਗ ਅਦਾਲਤ ਨੇ ਮੰਨ ਲਿਆ ਹੈਗਾ ਕਿ ਜਿਹੜੀ ਹਰਿਆਣੇ ਦੀ SGPC ਹੈ ਉਹ ਹੋਂਦ ਦੇ ਵਿੱਚ ਹੈ ਔਰ BJP ਗਵਰਨਮੈਂਟ ਆ ਗਈ ਹੈ ਉੱਥੇ। ਔਰ BJP ਗਵਰਨਮੈਂਟ ਨੇ ਪਿਛਲੇ ਸਾਲ ਜਿਹੜੇ ਗੁਰਦੁਆਰਾ ਇਲੈਕਸ਼ਨ ਕਮਿਸ਼ਨਰ ਸਨ ਜਸਟਿਸ ਇਕਬਾਲ ਸਿੰਘ ਜੀ, ਉਹਨਾਂ ਦੀ ਜਿਹੜੀ ਪੋਸਟ ਸੀ ਉਸ ਨੂੰ ਰਿਸੈਂਡ ਕਰ ਦਿੱਤਾ
ਖਤਮ ਕਰ ਦਿੱਤਾ ਤੇ ਉਦੋਂ ਲੱਗਦਾ ਸੀ ਲਾਸਟ ਈਅਰ ਕਿ ਸ਼ਾਇਦ ਇਹ ਇਲੈਕਸ਼ਨਾਂ ਕਰਵਾਉਣਗੇ, ਸ਼ਾਇਦ ਇਹ ਹਰਿਆਣੇ ਦੀ SGPC ਨੂੰ ਭੰਗ ਕਰ ਦੇਣਗੇ। ਪਰ ਹਰਿਆਣੇ ਦੇ ਸਿੱਖਾਂ ਦੇ ਨਾਲ ਸ਼ਾਇਦ BJP ਪੰਗਾ ਲੈਣ ਦੇ ਮੂਡ ਦੇ ਵਿੱਚ ਨਹੀਂ ਹੈ, ਕਿਉਂਕਿ ਉਹਨਾਂ ਨੇ ਜਿਹੜਾ ਹੁਣੀ ਦਾਦੂਵਾਲ ਸਾਹਿਬ ਨੂੰ ਪ੍ਰਧਾਨ ਲਾਇਆ, ਰੀਨੋਟੀਫਿਕੇਸ਼ਨ ਕੀਤਾ ਮੈਂਬਰਸ ਦਾ, ਉਸ ਦੇ ਨਾਲ ਸਾਫ਼ ਜ਼ਾਹਿਰ ਹੁੰਦਾ ਕਿ SGPC ਜਿਹੜੀ ਹਰਿਆਣੇ ਦੀ ਆ ਉਹਨੂੰ ਖਤਮ ਕਰਨ ਦੇ ਮੂਡ ਵਿੱਚ BJP ਨਹੀਂ ਹੈ। ਅਗਰ BJP ਹਰਿਆਣੇ ਦੀ SGPC ਨੂੰ ਖਤਮ ਨਹੀਂ ਕਰਦੀ ਹੈਗੀ, ਵਿਧਾਨ ਸਭਾ 'ਚ ਉਸ ਐਕਟ ਨੂੰ ਸਕ੍ਰੈਪ ਨਹੀਂ ਕੀਤਾ ਜਾਂਦਾ ਹੈਗਾ, ਤਾਂ ਸਾਫ਼ ਹੈ ਕਿ ਹਰਿਆਣਾ ਦੇ ਜਿਹੜੀ SGPC ਆ ਉਹ ਐਗਜ਼ਿਸਟੈਂਸ ਦੇ ਵਿੱਚ ਰਹੇਗੀ। ਔਰ ਉਹਦੇ ਨਾਲ ਜਿਹੜੀ ਪੰਜਾਬ ਵਾਲੀ ਵੱਡੀ SGPC ਜਿਹਨੂੰ ਕਹਿੰਦੇ ਨੇ ਅੰਮ੍ਰਿਤਸਰ ਵਾਲੀ SGPC, ਇਹਦੀ ਜਿਹੜੀ ਇਲਾਕੇ ਬੰਦੀਆਂ ਨੇ, ਹੱਦ ਬੰਦੀਆਂ ਨੇ, ਇਹਦੀਆਂ ਸੀਟਸ ਨੇ ਜੋ 170 ਸੀਟਾਂ ਨੇ, ਉਹਦੇ 'ਚੋਂ ਹਰਿਆਣੇ ਦੀਆਂ ਨੂੰ ਮਾਈਨਸ ਕਰਨਾ ਪਏਗਾ। ਔਰ ਬਾਕੀਆਂ ਦੀ ਜਿਹੜੀ ਇਲੈਕਸ਼ਨ ਹੈਗੀ ਆ ਉਹਦੇ ਲਈ ਰੀਨੋਟੀਫਿਕੇਸ਼ਨ ਜਿਹੜੀ ਹੈ ਹੱਦਾਂ ਦੀ ਹੋਏਗੀ, ਜਿਹਦੇ 'ਚ ਰਿਜ਼ਰਵੇਸ਼ਨ ਵੀ ਆਏਗੀ, ਲੇਡੀਜ਼ ਰਿਜ਼ਰਵ ਸੀਟਸ ਵੀ ਗਿਣਨੀਆਂ ਦੁਬਾਰਾ ਕਰਨੀਆਂ ਪੈਣਗੀਆਂ, ਔਰ SC BC ਸੀਟਸ ਵੀ ਨੇ, ਉਹਨਾਂ ਦੇ ਵੀ ਬਕਾਇਦਾ ਸਰਵੇ ਜਿਹੜਾ ਪ੍ਰੋਪਰਲੀ ਫੇਰ ਕਰਕੇ ਸਾਰਾ ਕੁਝ ਕਰਨਾ ਪਿਆ। ਬੜਾ ਲੰਬਾ ਚੌੜਾ ਪ੍ਰੋਸੈਸ ਆ। ਸੋ ਅੱਜ ਜੇ ਅਸੀਂ ਕਹਿ ਦਈਏ ਵੀ ਬੜੀ ਜਲਦੀ 6 ਮਹੀਨਿਆਂ ਦੇ ਵਿੱਚ ਇਲੈਕਸ਼ਨਾਂ ਹੋ ਜਾਣਗੀਆਂ, ਇਹ ਇੱਕ ਬਹੁਤ ਵੱਡਾ ਭਰਮ ਹੈ, ਜਿਹੜਾ ਕਿ ਭਰਮ ਹੀ ਹੈ। ਰਾਣਾ ਸਾਹਿਬ, ਤੁਸੀਂ ਦੋ ਟੈਕਨੀਕਲ ਪੁਆਇੰਟ ਉਠਾਏ ਹੈਗੇ ਨੇ। ਪਹਿਲਾਂ ਆਪਾਂ ਤੁਹਾਡੀ ਗੱਲ ਤੇ ਆਉਂਦੇ ਹਾਂ ਕਿ ਸਹਿਜਧਾਰੀ ਜਿਹੜਾ ਸਿੱਖ ਪਾਰਟੀ ਤੁਸੀਂ ਸਥਾਪਨਾ ਕੀਤੀ ਹੋਈ ਹੈ, ਜਦੋਂ SGPC ਦੀ ਗੱਲ ਆਉਂਦੀ ਹੈ ਤਾਂ ਉੱਥੇ ਵੋਟਿੰਗ ਰਾਈਟ ਕਿਹਨੂੰ ਹੈਗਾ? ਇਹ ਆਪਾਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਇੱਕ ਫੇਰ ਤੋਂ ਰਿਵਿਊ ਕਰ ਰਹੇ ਹਾਂ ਇਹਦਾ। ਤੇ ਉੱਥੇ ਕਿਹੜੇ ਸਿੱਖ ਸਾਬਤ ਸੂਰਤ ਹੈਗੇ ਨੇ, ਕੀ ਉਹਨਾਂ ਦਾ ਹੀ ਵੋਟਿੰਗ ਰਾਈਟ ਹੈ ਕਿ ਜਾਂ ਫਿਰ ਜਿਹੜੇ ਸਹਿਜਧਾਰੀ ਆ ਉਹਨਾਂ ਦਾ ਵੋਟਿੰਗ ਰਾਈਟ ਹੈ, ਤੇ ਕਿਸ ਮੁੱਦੇ ਨੂੰ ਲੈ ਕੇ ਤੁਸੀਂ ਕੋਰਟ ਦੇ ਵਿੱਚ ਗਏ ਹੋ? ਦੇਖੋ, ਪਿਛਲੇ 70 ਸਾਲਾਂ ਤੋਂ SGPC ਦੇ ਵਿੱਚ ਸਾਰੇ ਸਿੱਖ ਵੋਟ ਪਾਉਂਦੇ ਸੀ। ਸਿੱਖ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਹੁੰਦੇ ਨੇ ਜਿਨ੍ਹਾਂ ਨੇ ਕੇਸ ਰੱਖ ਕੇ ਬਕਾਇਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਉਹ ਅੰਮ੍ਰਿਤਧਾਰੀ ਸਿੰਘ ਖਾਲਸਾ ਹੁੰਦੇ ਨੇ। ਔਰ ਮੈਂਬਰ ਜਿਹੜੇ ਨੇ ਉਹ ਉਹੀ ਬਣ ਸਕਦੇ ਨੇ, ਕਿਉਂਕਿ ਐਲੀਜੀਬਿਲਟੀ ਐਕਟ ਦੇ ਮੁਤਾਬਕ ਇਹ ਹੈ ਕਿ ਸਿਰਫ ਮੈਂਬਰ ਜਿਹੜਾ ਉਹ ਅੰਮ੍ਰਿਤਧਾਰੀ ਹੀ ਹੋਏਗਾ, ਅੰਮ੍ਰਿਤਧਾਰੀ ਸਿੰਘ ਜਿਹੜਾ ਹੈਗਾ ਉਹੀ ਇਲੈਕਸ਼ਨ ਲੜ ਸਕਦਾ। ਬਾਕੀ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਵੋਟ ਦਾ ਅਧਿਕਾਰ ਸੀ, ਜਿਹਦੇ ਵਿੱਚ ਸਹਿਜਧਾਰੀ ਸਿੱਖਾਂ ਨੂੰ ਵਿਸ਼ੇਸ਼ ਕਰਕੇ ਵੋਟਿੰਗ ਰਾਈਟ ਦਿੱਤਾ ਗਿਆ ਸੀ। 1949 ਤੋਂ ਇਹ ਰਾਈਟ ਜਿਹੜਾ ਐਗਜ਼ਿਸਟ ਕਰਦਾ ਆ ਰਿਹਾ ਸੀਗਾ। ਪਰ ਅਚਾਨਕ ਕੁਝ ਸੰਪਰਦਾਇਕ ਤਾਕਤਾਂ ਸਿੱਖਾਂ ਦੇ ਵਿੱਚ ਪਾੜਾ ਪਾਉਣ ਦੀ ਨੀਅਤ ਦੇ ਨਾਲ ਕਹਿ ਲਓ, ਜਾਂ ਗੁਰਦੁਆਰਿਆਂ 'ਤੇ ਆਪਣਾ ਕਬਜ਼ਾ ਜਮਾਈ ਰੱਖਣ ਦੀ ਨੀਅਤ ਦੇ ਨਾਲ ਕਹਿ ਲਓ, ਉਹਨਾਂ ਨੇ ਸਿੱਖਾਂ ਦੇ ਵਿੱਚ ਪਾੜਾ ਪਾ ਕੇ ਸਹਿਜਧਾਰੀ ਸਿੱਖਾਂ ਨੂੰ ਵੋਟ ਹੱਕ ਤੋਂ ਵਾਂਝਾ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਹ ਲਗਭਗ 2003 ਤੋਂ ਇਹ ਮਤੇ ਪਾ ਕੇ ਨੋਟੀਫਿਕੇਸ਼ਨ ਕਰਾ ਕੇ ਬਕਾਇਦਾ ਇੱਕ ਹੋਮ ਮਿਨਿਸਟਰੀ ਤੋਂ ਇਹ SGPC ਨੇ ਜਿਹੜਾ ਹੈਗਾ ਇਹ ਪ੍ਰਕਿਰਿਆ ਸ਼ੁਰੂ ਕੀਤੀ। ਅਸੀਂ ਉਸ ਨੂੰ ਚੁਣੌਤੀ ਦਿੱਤੀ, 9 ਸਾਲ ਅਸੀਂ ਮੁਕੱਦਮਾ ਲੜਿਆ ਅਦਾਲਤ ਦੇ ਵਿੱਚ, ਜਿਹਦੇ 'ਚੋਂ ਸਾਨੂੰ ਜਿੱਤ ਹਾਸਲ ਹੋਈ ਕਿ ਜਿਹੜੀ ਗੁਰਦੁਆਰਾ ਐਕਟ ਦੇ ਵਿੱਚ ਅਮੈਂਡਮੈਂਟ ਆ ਨੋਟੀਫਿਕੇਸ਼ਨ ਰਾਹੀਂ ਨਹੀਂ ਹੋ ਸਕਦੀ ਹੈਗੀ। ਫਿਰ ਮਾਮਲਾ ਸੁਪਰੀਮ ਕੋਰਟ ਗਿਆ, ਇਹਨਾਂ ਦੀ ਜਿਹੜੀ ਇਲੈਕਸ਼ਨ ਸੀਗੀ ਉਹ ਸਟੇ ਹੋਈ ਬਕਾਇਦਾ, ਨਵਾਂ ਹਾਊਸ ਕੰਮ ਨਹੀਂ ਕਰ ਸਕਿਆ। 14 ਮੈਂਬਰੀ ਕਮੇਟੀ ਨੂੰ 5 ਸਾਲ ਲਈ ਕੰਮ ਕਰਨ ਦੀ ਇਜਾਜ਼ਤ ਮਿਲੀ ਸੁਪਰੀਮ ਕੋਰਟ 'ਚੋਂ। ਉਸ ਤੋਂ ਬਾਅਦ ਇਹਨਾਂ ਨੇ ਦੇਖਿਆ ਕਿ ਹੁਣ ਸ਼ਾਇਦ ਸੁਪਰੀਮ ਕੋਰਟ 'ਚ ਵੀ ਸਹਿਜਧਾਰੀ ਸਿੱਖਾਂ ਨੂੰ ਵੋਟ ਹੱਕ ਮਿਲ ਨਾ ਜਾਵੇ, ਤਾਂ ਇੱਕ ਬੜੀ ਕੋਝੀ ਅਤੇ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਪਾਰਲੀਮੈਂਟ ਦੇ ਵਿੱਚੋਂ ਬਹੁਮਤ ਸੀਗਾ BJP ਕੋਲ ਜਦੋਂ, ਅਤੇ ਅਕਾਲੀ ਦਲ ਨੇ ਮਿਲ ਕੇ ਉੱਥੇ ਸਾਡਾ ਜਿਹੜਾ ਹੈਗਾ ਵੋਟ ਦਾ ਹੱਕ ਖਤਮ ਕਰ ਲਈ, ਅਮੈਂਡਮੈਂਟ ਕੀਤੀ। ਔਰ ਅਮੈਂਡਮੈਂਟ ਦੇ ਨਾਲ ਇਹਨਾਂ ਨੇ ਬਿੱਲ ਪਾਸ ਕਰਾ ਕੇ ਉਹਨੂੰ ਕਾਨੂੰਨ ਬਣਾ ਦਿੱਤਾ ਕਿ ਸਹਿਜਧਾਰੀ ਸਿੱਖ ਵੋਟ ਨਹੀਂ ਪਾਉਣਗੇ। ਪਰ ਲੇਕਿਨ ਜਦੋਂ ਇਹ ਮਾਮਲਾ ਫਿਰ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਿਆ ਸੀ ਅਤੇ ਸੁਣਵਾਈ ਹੋਈ, ਅਤੇ ਉੱਥੇ ਅਦਾਲਤ ਨੇ ਸਾਡੀ ਜਿਹੜੀ ਪੱਖ ਸੀ ਉਹਨਾਂ ਨੂੰ ਮੰਨਿਆ, ਕਿਉਂਕਿ ਅਸੀਂ 2 ਪੁਆਇੰਟ ਲਏ ਸੀ ਕਿ ਰੀਜ਼ਨ ਐਂਡ ਆਬਜੈਕਟ ਜਿਹੜੇ ਨੇ ਉਹ ਐਕਟ ਦੇ ਵਿੱਚ ਮਿਸਿੰਗ ਨੇ। ਔਰ ਉਹ ਰੀਜ਼ਨਸ ਦੇ ਉੱਪਰ ਜਿਹੜੀ ਇਹਦੀ ਸੰਵਿਧਾਨਿਕ ਵੈਧਤਾ, ਜਿਹਨੂੰ ਅਸੀਂ ਕਨਸਟੀਟਿਊਸ਼ਨਲ ਵੈਲਿਡਿਟੀ ਕਹਿੰਦੇ ਹਾਂ, ਉਹਦੇ ਉੱਪਰ ਸਵਾਲ ਉੱਠੇ। ਅਤੇ ਜਿੱਥੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਵਾਕਈ ਇਹਦੀ ਜਿਹੜੀ ਕਨਸਟੀਟਿਊਸ਼ਨਲ ਵੈਲਿਡਿਟੀ ਆ, ਇਹਨੂੰ ਤੁਸੀਂ ਚੁਣੌਤੀ ਦੇ ਸਕਦੇ ਹੋ, ਔਰ ਸਾਨੂੰ ਸਪੈਸ਼ਲ ਲਿਬਰਟੀ ਦਿੱਤੀ ਸੁਪਰੀਮ ਕੋਰਟ ਨੇ, ਜਿਹਦੇ ਕਰਕੇ ਅਸੀਂ ਇਹ ਮਾਮਲਾ ਦੁਬਾਰਾ ਮੁੜ ਅਦਾਲਤ ਦੇ ਵਿੱਚ ਚੁੱਕਿਆ ਹੋਇਆ ਹੈ ਔਰ ਇਹ ਪੈਂਡਿੰਗ ਪਿਆ ਹੈ, ਜਿਸ ਦੀ ਅਗਲੀ ਸੁਣਵਾਈ ਜਨਵਰੀ ਦੇ ਵਿੱਚ ਹੈ। ਹੁਣ ਮਾਮਲਾ ਇਹ ਹੈ ਕਿ ਜਿਸ ਤਰੀਕੇ ਨਾਲ ਅਸੀਂ 2011 ਦੇ ਵਿੱਚ ਅਦਾਲਤ ਦੇ ਵਿੱਚੋਂ ਸਟੇ ਮੰਗੀ ਸੀਗੀ ਇਲੈਕਸ਼ਨ 'ਤੇ, ਸਾਡਾ ਮਾਮਲਾ ਹਾਲੇ ਵੀ ਕੋਰਟ ਦੇ ਵਿੱਚ ਪੈਂਡਿੰਗ ਹੈ। ਔਰ ਅਗਰ ਇਹ ਇਲੈਕਸ਼ਨ ਦੁਬਾਰਾ ਅਨਾਊਂਸ ਹੁੰਦੀ ਹੈ ਤਾਂ ਅਸੀਂ ਫਿਰ ਦੁਬਾਰਾ ਆਪਣੀ ਸਟੇ ਐਪਲੀਕੇਸ਼ਨ ਉਸੇ ਤਰਜ਼ 'ਤੇ ਸੁਪਰੀਮ ਕੋਰਟ 'ਚੋਂ ਜੋ ਸਾਨੂੰ ਪਹਿਲਾਂ ਸਟੇ ਲਈ ਆਰਡਰ ਸਾਡੇ ਬਰਕਰਾਰ ਰਖਾਏ ਗਏ ਸੀ, ਉਸੇ ਦੇ ਤਰਜ਼ 'ਤੇ ਅਸੀਂ ਦੁਬਾਰਾ ਫਿਰ ਇਹਨੂੰ ਚੁਣੌਤੀ ਦੇਵਾਂਗੇ ਔਰ ਸਟੇ ਕਰਾਵਾਂਗੇ। ਤੇ ਅੱਜ ਇਹ ਗੱਲ ਕਿੱਥੇ ਖੜੀ ਹੈ ਫਿਰ? ਅੱਜ ਇਹ ਮਾਮਲਾ ਅਦਾਲਤ ਦੇ ਵਿੱਚ ਹੈ, ਪੈਂਡਿੰਗ ਹੈ। ਔਰ ਸਾਰੀਆਂ ਜਿਹੜੀਆਂ ਕਾਨੂੰਨੀ ਪੱਖ ਤੋਂ ਅਗਰ ਦੇਖਿਆ ਜਾਵੇ ਤਾਂ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਜਦ ਤੱਕ ਇਸ ਮਾਮਲੇ ਦਾ ਫੈਸਲਾ ਨਹੀਂ ਆ ਜਾਂਦਾ,
ਡਿਸਾਈਡ ਨਹੀਂ ਹੋ ਜਾਂਦਾ, ਕਿਉਂਕਿ ਮੈਜੋਰਿਟੀ ਵੋਟਸ ਤਾਂ ਸਹਿਜਧਾਰੀ ਸਿੱਖਾਂ ਦੀਆਂ ਨੇ। ਅੱਜ ਅਗਰ ਅਸੀਂ ਵਿਸ਼ਵ ਦੀ ਸਿੱਖ ਆਬਾਦੀ ਨੂੰ ਵੀ ਗਿਣ ਲਈਏ, ਇਕੱਲਾ ਪੰਜਾਬ ਨੂੰ ਛੱਡ ਦਈਏ, ਤਾਂ ਜੇ ਪੰਜਾਬ ਦਾ ਗਿਣਦੇ ਹੋ ਤਾਂ 2.25 ਕਰੋੜ ਸਿੱਖ ਆਬਾਦੀ ਸੀ, ਜਿਹਦੇ 'ਚ 50 ਕੁ ਲੱਖ ਸਿੱਖ ਵੋਟਰ ਇਹਨਾਂ ਨੂੰ ਮਿਲੇ ਸੀ। ਅਤੇ ਬਾਕੀ ਦੇ ਜਿਹੜੇ 70-80, ਆਪਾਂ 50 ਕੁ ਲੱਖ ਨਾਬਾਲਗ ਵੀ ਮੰਨ ਲਈਏ, ਤਾਂ 70-80 ਲੱਖ ਸਿੱਖ ਐਸੇ ਸੀ ਜਿਨ੍ਹਾਂ ਨੂੰ ਵੋਟ ਦਾ ਹੱਕ ਹੀ ਨਹੀਂ ਦਿੱਤਾ। ਜਦ ਕਿ ਮਰਦਮਸ਼ੁਮਾਰੀ ਦੀ ਜਿਹੜੀ ਰਿਪੋਰਟ ਹੈ ਉਹਦੇ ਅਨੁਸਾਰ ਉਹ ਆਪਣੇ ਆਪ ਨੂੰ ਸਿੱਖ ਮੰਨਦੇ ਨੇ, ਪਰ ਲੇਕਿਨ ਉਹਨਾਂ ਨੂੰ ਇਹ ਜਿਹੜਾ SGPC ਹੈ ਉਹ ਆਪਣੇ ਸਿੱਖ ਦੀ ਪਰਿਭਾਸ਼ਾ 'ਚ ਨਹੀਂ ਲੈ ਕੇ ਰਾਜ਼ੀ ਹੈ। ਸੋ ਇੱਕ ਬਹੁਤ ਵੱਡਾ ਮੁੱਦਾ ਹੈ, ਔਰ ਅਗਰ ਇਸ ਮੁੱਦੇ 'ਤੇ ਅਸੀਂ ਪ੍ਰੋਪਰਲੀ ਇਹਨੂੰ ਨਾ ਕੰਸੀਡਰ ਕੀਤਾ ਗਿਆ ਤਾਂ ਸਿੱਖਾਂ ਦੀ ਸਰਵਉੱਚ ਸੰਸਥਾ ਦੇ ਵਿੱਚ ਸਿੱਖਾਂ ਦਾ ਜਿਹੜਾ ਰਿਪਰੈਜ਼ੈਂਟੇਸ਼ਨ ਹੈ ਉਹਦੇ ਲਈ ਇੱਕ ਕਹਿ ਸਕਦੇ ਕਿ ਬਹੁਤ ਵੱਡਾ ਇੱਕ ਲਾਸ ਹੈ। ਔਰ ਸਿੱਖ ਜਿਹੜੀ ਮੈਜੋਰਿਟੀ ਆਫ ਪਾਪੂਲੇਸ਼ਨ ਹੈ ਉਹ ਇੱਕ ਮਿਨੋਰਿਟੀ ਦੇ ਵਿੱਚੋਂ ਉਹਨੂੰ ਵੱਖ ਕਰਕੇ ਅਗਰ ਅਸੀਂ ਕੋਈ ਨੁਮਾਇੰਦੇ ਚੁਣਦੇ ਹਾਂ ਤਾਂ ਉਹਦੇ ਰੀਅਲ ਰਿਪਰੈਜ਼ੈਂਟੇਟਿਵਸ ਨਹੀਂ ਹੋਣਗੇ। ਰਾਣੋ ਸਾਹਿਬ, ਕੀ ਲੱਗਦਾ ਕਿ ਜਿਹੜਾ ਵੋਟਿੰਗ ਰਾਈਟ ਹੈ ਸਹਿਜਧਾਰੀ ਸਿੱਖ ਦਾ ਉਹ ਰਿਜ਼ਿਊਮ ਹੋ ਜਾਏਗਾ, ਤੇ ਜਾਂ ਫਿਰ ਜਿਹੜੀ ਸਹਿਜਧਾਰੀ ਸਿੱਖ ਜਿਹੜੀ ਵੋਟ ਹੈਗੀ ਹੈ ਉਹ ਅਨੁਮਾਨਿਤ ਕਿੰਨੀ ਕੁ ਹੈਗੀ ਹੈ? ਦੇਖੋ, ਮੈਂ ਇਹੀ ਦੱਸ ਰਿਹਾ ਸੀ ਕਿ ਜਿਹੜੀ ਵਿਸ਼ਵ ਦੀ ਅਗਰ ਸਿੱਖ ਆਬਾਦੀ ਨੂੰ ਗਿਣੀਏ ਅਸੀਂ, ਵੋਟ ਨੂੰ ਛੱਡੋ, ਤੁਸੀਂ ਆਬਾਦੀ ਗਿਣੋ ਜੇ, ਅਤੇ ਆਬਾਦੀ ਦੇ ਹਿਸਾਬ ਨਾਲ ਅੱਜ ਜਿਹੜੇ ਅੰਮ੍ਰਿਤਧਾਰੀ ਸਿੰਘ ਨੇ ਉਹ ਸਿਰਫ 15% ਨੇ। ਬਾਕੀ ਜਿਹੜੀ ਸਿੱਖ ਪਾਪੂਲੇਸ਼ਨ ਹੈ ਉਹ ਸਾਰੀ ਦੀ ਸਾਰੀ ਸਹਿਜਧਾਰੀ ਸਿੱਖਾਂ ਦੀ ਹੈ। ਇੱਥੇ ਇੱਕ ਕਨਫਿਊਜ਼ਨ ਕ੍ਰੀਏਟ ਕੀਤਾ ਜਾਂਦਾ ਹੈ ਔਰ ਕਿਹਾ ਜਾਂਦਾ ਹੈ ਕਿ ਜਿਹੜੇ ਸਿੱਖ ਪਰਿਵਾਰ 'ਚ ਪੈਦਾ ਹੋਇਆ ਉਹ ਅਗਰ ਕੇਸਾਧਾਰੀ ਨਹੀਂ ਹੁੰਦਾ ਜਾਂ ਪੰਜ ਕਕਾਰੀ ਨਹੀਂ ਹੁੰਦਾ ਤਾਂ ਪਤਿਤ ਹੈ। ਇਹ ਬਹੁਤ ਵੱਡਾ ਮਤਲਬ ਕਿ ਜਾਣਬੁੱਝ ਕੇ ਕੌਨਸਪੀਰੇਸੀ ਰਾਹੀਂ ਇਸ ਡੈਫੀਨੇਸ਼ਨ ਨੂੰ ਪ੍ਰਮਾਣਿਤ ਕੀਤਾ ਜਾਂਦਾ ਹੈਗਾ, ਜਦ ਕਿ ਪਤਿਤ ਉਹ ਹੁੰਦਾ ਜਿਹਨੇ ਅੰਮ੍ਰਿਤ ਛਕ ਕੇ ਪੰਜ ਕਕਾਰੀ ਹੋ ਕੇ ਕੋਈ ਬੱਜਰ ਕੁਰੈਤ ਕਰਕੇ ਉਸ ਨੂੰ ਭੰਗ ਕੀਤਾ ਹੋਵੇ। ਜਿਸ ਨੇ ਕਦੇ ਕੋਈ ਅੰਮ੍ਰਿਤ ਛਕਿਆ ਹੀ ਨਹੀਂ ਉਹ ਪਤਿਤ ਕਿਸ ਤਰ੍ਹਾਂ ਹੋ ਸਕਦਾ ਹੈ? ਅਤੇ ਉਹ ਸਹਿਜਧਾਰੀ ਸਿੱਖ ਕੋਈ ਬਾਹਰਲੇ ਨਹੀਂ ਹਨ। ਸਿੱਖ ਘਰਾਂ ਦੇ ਵਿੱਚ ਪੈਦਾ ਹੋਏ ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂਆਂ ਤੋਂ ਬਿਨਾਂ ਕਿਸੇ ਹੋਰ ਨੂੰ ਆਪਣਾ ਧਰਮ ਨਹੀਂ ਮੰਨਦੇ, ਉਹ ਸਿੱਖ ਹੀ ਨੇ। ਔਰ ਇੱਥੇ ਸਹਿਜਧਾਰੀ ਵੀ ਉਹਨਾਂ ਨੂੰ ਕਹਿਣਾ ਜਿਹੜਾ ਹੈ ਉਹ ਇੱਕ ਤਰ੍ਹਾਂ ਦੀ ਐਵੇਂ ਉਹਨਾਂ ਨੂੰ ਇੱਕ ਡਿਮਾਰਕ ਕਰਕੇ ਪਾਸੇ ਕਰਨ ਵਾਲੀ ਗੱਲ ਹੈ। ਸਹਿਜਧਾਰੀ ਵੀ ਕਹਿਣ ਦੀ ਲੋੜ ਨਹੀਂ ਹੈ, ਉਹ ਸਿੱਖ ਹੀ ਨੇ। ਸੋ ਜਿਸ ਤਰ੍ਹਾਂ ਹਿੰਦੂ ਦੇ ਘਰ ਪੈਦਾ ਹਿੰਦੂ ਹੈ, ਮੁਸਲਿਮ ਘਰ ਪੈਦਾ ਮੁਸਲਿਮ ਹੈ, ਈਸਾਈ ਘਰ ਪੈਦਾ ਈਸਾਈ ਹੈ, ਅਤੇ ਸਿੱਖ ਦੇ ਘਰ ਪੈਦਾ ਜੋ ਬੱਚਾ ਹੈ ਉਹ ਸਿੱਖ ਹੀ ਹੈ। ਖਾਲਸਾ ਉਹਨੂੰ ਸੱਜਣਾ ਪੈਣਾ, ਸਿੰਘ ਉਹਨੂੰ ਬਣਨਾ ਪੈਣਾ, ਉਹ ਅੰਮ੍ਰਿਤਧਾਰੀ ਬਾਅਦ ਵਿੱਚ ਬਣੇਗਾ, ਸਿੱਖ ਤਾਂ ਉਹ ਹੈਗਾ ਹੀ ਹੈ। ਸੋ ਇੱਥੇ ਇੱਕ ਵਿਵਾਦਿਤ ਪਰਿਭਾਸ਼ਾ ਦਿੱਤੀ ਜਾਂਦੀ ਹੈ ਜੀ, ਸਿੱਖ ਜਿਹੜਾ ਹੈ ਸਿੱਖ ਬਣਨਾ ਪਏਗਾ। ਨਹੀਂ, ਬਿਲਕੁਲ ਗਲਤ ਹੈ। ਇਹ RSS ਦੀ ਜਾਂ ਕਿਸੇ ਹੋਰ ਸੰਪਰਦਾਇਕ ਜਿਹੜੀਆਂ ਤਾਕਤਾਂ ਨੇ ਉਹਨਾਂ ਦੀ ਪਰਿਭਾਸ਼ਾਵਾਂ ਹੋ ਸਕਦੀਆਂ ਨੇ ਕਿ ਸਿੱਖ ਕੋਈ ਹੋਰ ਹੈ ਉਹਨੂੰ ਸਿੱਖ ਬਣਨਾ ਪਏਗਾ। ਨਹੀਂ, ਫਿਰ ਤਾਂ ਕਲੀਅਰ ਹੋ ਗਈ। ਫਿਰ ਤਾਂ ਜੋ RSS ਕਹਿੰਦੀ ਹੈ ਕਿ ਜੀ ਜਿਹੜੇ ਸਿੱਖ ਨੇ ਇਹ ਹਿੰਦੂ ਨੇ, ਫਿਰ ਤਾਂ ਆਪਾਂ ਉਹ ਮੰਨ ਲਈਏ। ਜੇ ਅਸੀਂ ਉਹਨੂੰ ਨਹੀਂ ਮੰਨਦੇ, ਅਸੀਂ ਕਹਿੰਦੇ ਹਾਂ ਕਿ ਸਿੱਖਾਂ ਦੀ ਵੱਖਰੀ ਪਹਿਚਾਣ ਹੈ, ਤਾਂ ਫਿਰ ਸਾਨੂੰ ਇਹ ਗੱਲ ਮੰਨਣੀ ਚਾਹੀਦੀ ਹੈ ਕਿ ਸਿੱਖ ਦੇ ਘਰ ਪੈਦਾ ਹੋਇਆ ਬੱਚਾ ਜਿਹੜਾ ਉਹ ਸਿੱਖ ਹੀ ਹੈ। ਖਾਲਸਾ ਉਹਨੂੰ ਬਣਨਾ ਪੈਣਾ, ਸਿੰਘ ਉਹਨੂੰ ਸੱਜਣਾ ਪੈਣਾ। ਇਹ ਜਿਹੜਾ ਇੱਕ ਕਲੈਰੀਫਿਕੇਸ਼ਨ ਹੈ, ਇਹ ਕਿਸੇ ਵੀ ਮੀਡੀਆ ਜ਼ਰੀਏ ਜਾਂ ਕਿਸੇ ਵੀ ਜਿਹੜੀ ਪੰਥਕ ਸਾਡੀਆਂ ਧਿਰਾਂ ਨੇ ਉਹ ਜਿਹੜੀਆਂ ਇਹਨੂੰ ਅੱਗੇ ਲਿਆ ਕੇ ਕਲੀਅਰ ਨਹੀਂ ਕਰ ਰਹੀਆਂ। ਉਹ ਸਿਰਫ ਇਹ ਕਹਿ ਦਿੰਦੇ ਜੀ ਸਿੱਖਾਂ ਦੇ ਘਰੇ ਜਿਹੜਾ ਪੈਦਾ ਹੋ ਗਿਆ, ਜੇ ਉਹ ਦਾੜੀ ਕੇਸ ਕੱਟਦਾ ਹੈ ਜਾਂ ਬਿਊਟੀ ਪਾਰਲਰ ਬੀਬੀ ਜਾਂਦੀ ਹੈ ਤਾਂ ਪਤਿਤ ਨੇ। ਸੋ ਪਤਿਤ ਤਾਂ ਉਹ ਹੈ ਜਿਹਨੇ ਅੰਮ੍ਰਿਤ ਛਕ ਕੇ ਭੰਗ ਕੀਤਾ। ਪਤਿਤ ਸਹਿਜਧਾਰੀ ਦੇ ਉੱਪਰ ਲਾਗੂ ਨਹੀਂ ਹੁੰਦਾ। ਬਾਕੀ ਦੇ ਸਾਰੇ ਹੀ ਸਹਿਜਧਾਰੀ ਨੇ, ਚਾਹੇ ਉਹ ਮੋਨੇ ਆ, ਚਾਹੇ ਉਹਨਾਂ ਨੇ ਵਾਲ ਕੱਟੇ ਆ, ਚਾਹੇ ਉਹਨਾਂ ਨੇ ਕੇਸ ਰੱਖਿਆ, ਜੇ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਤਾਂ ਉਹ ਸਾਰੇ ਸਹਿਜਧਾਰੀ ਸਿੱਖ ਹੀ ਹਨ। ਰਾਣੋ ਜੀ, ਜੇ ਆਪਾਂ ਜਿਹੜਾ ਬੰਦਾ ਹੁਣ ਮੰਨ ਲਓ ਕੋਈ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੁੰਦਾ, ਸਾਬਤ ਸੂਰਤ ਹੈ, ਮਤਲਬ ਉਹਨੇ ਦਾੜੀ ਕਦੇ ਕਟਾਈ ਨਹੀਂ, ਪੱਗ ਬੰਨ੍ਹਦਾ ਹੈ, ਪਰੰਤੂ ਉਹਨੇ ਅੰਮ੍ਰਿਤ ਨਹੀਂ ਛਕਿਆ, ਇਹ ਉਹਨੂੰ ਵੀ ਨਵੀਂ ਪਰਿਭਾਸ਼ਾ ਜਿਹੜੀ SGPC ਦੀ ਉਹਨੂੰ ਵੀ ਇਹ ਸਹਿਜਧਾਰੀ ਗਿਣਦੇ ਨੇ? ਨਹੀਂ, ਉਹਦੇ ਹਿਸਾਬ ਨਾਲ ਉਹ ਸਹਿਜਧਾਰੀ 'ਚ ਹੀ ਆਉਂਦਾ, ਉਹ ਖਾਲਸਾ ਜਾਂ ਸਿੰਘ 'ਚ ਨਹੀਂ ਆਉਂਦਾ ਜਦ ਤੱਕ ਉਹ ਅੰਮ੍ਰਿਤ ਨਹੀਂ ਛਕ ਲੈਂਦਾ। ਦੇਖੋ, ਸਿੱਖ ਦੀ ਪਰਿਭਾਸ਼ਾ ਇਹਨਾਂ ਨੇ ਜਿਹੜੀ ਪੰਥਕ ਰਹਿਤ ਮਰਿਆਦਾ 1936 ਦੀ ਉਹਦੇ ਵਿੱਚ ਵੀ ਕਲੀਅਰ ਕਰਤਾ ਹੈਗਾ। ਉਹ ਵੀ ਦੇਖੋ ਮੈਨਮੇਡ ਪਰਿਭਾਸ਼ਾ ਹੋ ਇਹਨਾਂ ਦੀ, ਕਿਉਂਕਿ ਗੁਰੂ ਸਾਹਿਬ ਦੀ ਪਰਿਭਾਸ਼ਾ ਤਾਂ ਹੈ ਨਹੀਂ। SGPC ਤਾਂ ਬਾਅਦ 'ਚ ਬਣੀ ਹੈ। ਸੋ SGPC ਦੀ ਰਹਿਤ ਮਰਿਆਦਾ ਦੇ ਵਿੱਚ ਵੀ ਕਰਤਾ ਕਿ ਜੀ ਜਿਹੜਾ ਅੰਮ੍ਰਿਤ ਛਕ ਲੈਂਦਾ ਉਹੀ ਪੰਜ ਕਕਾਰੀ ਹੋ ਜਾਂਦਾ, ਉਹੀ ਸਿੱਖ ਹੈ। ਸੋ ਇਹ ਇੱਕ ਬਹੁਤ ਮਤਲਬ ਦੁਖਾਂਤ ਹੈ ਸਾਡੇ ਧਰਮ ਦਾ ਕਿ ਸਾਡੇ ਜਿਹੜੇ ਸਿੱਖ ਆਗੂ ਨੇ ਸ਼ਾਇਦ ਕੁਛ ਅੱਖਾਂ ਮੀਚ ਕੇ ਬੈਠੇ ਨੇ ਜਿਹੜੇ ਵਿਦਵਾਨ ਨੇ, ਜਾਂ ਫਿਰ ਉਹਨੂੰ ਡਿਸਟੋਰਟ ਕਰ ਰਹੇ ਨੇ ਕਿਸੇ ਦੇ ਇਸ਼ਾਰੇ ਦੇ ਉੱਪਰ। ਇਹ ਜਿਹੜਾ ਸਿੱਖ ਇਤਿਹਾਸ ਹੈ ਜਾਂ ਸਿੱਖਾਂ ਦੀ ਜਿਹੜੀ ਪ੍ਰਿੰਸੀਪਲਸ ਨੇ ਉਹਨਾਂ ਨੂੰ ਡਿਸਟੋਰਟ ਕਰਨ ਦੀ ਕੋਈ ਕੋਝੀ ਸਾਜ਼ਿਸ਼ ਚੱਲ ਰਹੀ ਹੈ ਪਿੱਛੇ, ਠੀਕ ਹੈ ਨਾ। ਹੁਣ ਇੱਕ ਵਿਅਕਤੀ ਸਾਬਤ ਸੂਰਤ ਹੋ ਗਿਆ, ਅਤੇ ਸਾਬਤ ਸੂਰਤ ਹੋ ਕੇ ਅਗਰ ਜੇ ਉਸਨੇ ਆਪਣੇ ਆਪ ਨੂੰ ਪੰਜ ਕਕਾਰੀ ਨਹੀਂ ਕੀਤਾ ਤਾਂ ਫਿਰ ਵੀ ਉਹ ਸਹਿਜਧਾਰੀ ਦੀ ਪਰਿਭਾਸ਼ਾ 'ਚ ਹੀ ਆਉਂਦਾ। ਅਗਰ ਉਹ ਮੋਨਾ ਹੋ ਜਾਂਦਾ, ਵਾਲ ਕੱਟ ਲੈਂਦਾ, ਫਿਰ ਵੀ ਉਹ ਸਹਿਜਧਾਰੀ ਦੀ ਪਰਿਭਾਸ਼ਾ 'ਚ। ਹਾਲੇ ਸਹਿਜਧਾਰੀ ਦੀ ਪਰਿਭਾਸ਼ਾ 'ਚ ਆਉਣਾ ਮੈਂ ਸਮਝਦਾ ਕਿ ਕੋਈ ਗਲਤ ਨਹੀਂ ਹੈਗਾ, ਪਰ ਉਹਨੂੰ ਪਤਿਤ ਕਹਿਣਾ ਬਹੁਤ ਗਲਤ ਹੈ। ਪਤਿਤ ਤਾਂ ਡਾਊਨਕਾਸਟ ਹੈ, ਥਰੋਨ ਆਊਟ ਆਫ ਰਿਲੀਜਨ। ਉਹ ਤਾਂ ਕੋਈ ਸਿੱਖ ਹੈ ਹੀ ਨਹੀਂ ਗਾ। ਜਿਹੜਾ ਪਤਿਤ ਹੈ ਉਹ ਤਾਂ ਸਿੱਖ ਹੀ ਨਹੀਂ। ਸਾਡੇ ਹਾਈ ਕੋਰਟ 'ਚ ਆਰਗੂ ਵੀ ਹੋਇਆ ਇਹ ਮੈਟਰ ਕਿ ਸਹਿਜਧਾਰੀ ਪਤਿਤ ਇਜ਼ ਨਾਟ ਏ ਸਿੱਖ। ਜਸਟਿਸ ਖੇਰ ਸਾਹਿਬ ਦੀ ਕੋਰਟ ਦੇ ਵਿੱਚ ਆਰਗੂ ਹੋਇਆ ਸੀ ਕਿ ਪਤਿਤ ਇਜ਼ ਨਾਟ ਏ ਸਿੱਖ। ਪਤਿਤ ਜਦੋਂ ਹੋ ਗਿਆ ਉਹ ਧਰਮ 'ਚੋਂ ਨਿਕਲ ਗਿਆ, ਉਹਨੂੰ ਕੱਢ ਦਿੱਤਾ ਗਿਆ ਹੈਗਾ।
ਤੇ ਉਹਨੂੰ ਦੁਬਾਰਾ ਰਿਫਾਰਮ ਹੋਣ ਵਾਸਤੇ ਰੀਬੈਪਟਾਈਜ਼ ਹੋਣਾ ਪਏਗਾ, ਦੁਬਾਰਾ ਅੰਮ੍ਰਿਤ ਛਕਣਾ ਪਏਗਾ, ਤਨਖਾਹ ਲਾ ਕੇ ਮਾਫੀ ਮੰਗ ਕੇ ਉਹਦੇ ਲਈ ਰਸਤਾ ਰੱਖ ਲਿਆ ਹੈਗਾ ਕਿ ਉਹ ਦੁਬਾਰਾ ਜਿਹੜਾ ਹੈਗਾ ਖਾਲਸੇ ਦੀ ਫੋਲਡ ਦੇ ਵਿੱਚ ਆ ਸਕਦਾ ਹੈਗਾ। ਪਰ ਲੇਕਿਨ ਸਹਿਜਧਾਰੀ ਸਿੱਖਾਂ ਨੂੰ ਪਤਿਤ ਕਹਿ ਕੇ ਤਾਂ ਅਸੀਂ ਉਹਨਾਂ ਦੇ ਰਸਤੇ ਬੰਦ ਕਰ ਰਹੇ ਹਾਂ, ਅਸੀਂ ਤਾਂ ਆਪਣੇ ਧਰਮ ਨੂੰ ਛੋਟਾ ਕਰ ਰਹੇ ਹਾਂ। ਅੱਜ ਇੱਕ ਸਾਡਾ ਰਿਲੀਜਨ ਜਿਹੜਾ ਉਹ ਇੱਕ ਮਿਨੋਰਿਟੀ ਹੈ, ਸਾਡੀ ਮਿਨੋਰਿਟੀ ਦੇ ਵਿੱਚੋਂ ਅਸੀਂ ਸਹਿਜਧਾਰੀ ਸਿੱਖ ਜਿਹੜੀ ਬਹੁ ਗਿਣਤੀ 'ਚ ਨੇ ਉਹਨਾਂ ਨੂੰ ਬਾਹਰ ਕੱਢ ਕੇ ਇੱਕ ਮਿਨੋਰਿਟੀ 'ਚੋਂ ਮਿਨੋਰਿਟੀ ਨਵੀਂ ਪੈਦਾ ਕਰ ਰਹੇ ਹਾਂ। ਸੋ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਜਿਹਦੇ ਨਾਲ ਸਾਡੇ ਧਰਮ ਨੂੰ ਡਿਲਿਊਟ ਕਰਨ ਦੀਆਂ ਤਾਕਤਾਂ ਜਿਹੜੀਆਂ ਨੇ, ਕੋਸ਼ਿਸ਼ਾਂ ਨੇ ਚੱਲ ਰਹੀਆਂ ਨੇ, ਜਿਹਨੂੰ ਸਾਡੇ ਖੁਦ ਦੇ ਸਿੱਖ ਵਿਦਵਾਨ ਨਹੀਂ ਸਮਝ ਪਾ ਰਹੇ, ਸਾਡੇ ਖੁਦ ਦੇ ਸਿੱਖ ਆਗੂ ਨਹੀਂ ਸਮਝ ਪਾ ਰਹੇ। ਉਹ ਸਿਰਫ ਇਹੀ ਕਹਿੰਦੇ ਨੇ ਕਿ ਜੇ ਦਾੜੀ ਕੇਸ 'ਚ ਰਹਿ ਗਏ ਤੇ ਉਹਦੇ ਨਾਲ ਹੀ ਸਿੱਖੀ ਹੈ, ਬਾਕੀ ਤਾਂ ਸਿੱਖ ਰਹੇ ਹੀ ਨਹੀਂ ਹੈਗੇ। ਸੋ ਬਾਬੇ ਨਾਨਕ ਦੇ, ਗੁਰੂ ਨਾਨਕ ਪੰਥੀ ਜਿਹੜੇ ਸਿੱਖ ਨੇ ਉਹ ਸਾਰੇ ਸਿੱਖ ਨੇ, ਜਿਨ੍ਹਾਂ ਦਾ ਹੋਰ ਕੋਈ ਧਰਮ ਹੀ ਨਹੀਂ, ਕੋਈ ਹੋਰ ਉਹ ਰਿਲੀਜਨ ਨੂੰ ਅਡਾਪਟ ਹੀ ਨਹੀਂ ਕਰ ਰਹੇ। ਉਹ ਗੁਰੂ ਗ੍ਰੰਥ ਸਾਹਿਬ ਤੇ 10 ਗੁਰੂਆਂ ਤੋਂ ਬਿਨਾਂ ਕਿਸੇ ਹੋਰ ਨੂੰ ਮੰਨਦੇ ਹੀ ਨਹੀਂ ਹੈਗੇ। ਫਿਰ ਤੁਸੀਂ ਉਹਨਾਂ ਨੂੰ ਕਿਵੇਂ ਕਹਿ ਸਕਦੇ ਹੋ ਕਿ ਸਿੱਖ ਨਹੀਂ ਹੈਗੇ? ਇਹ ਬਹੁਤ ਵੱਡਾ ਇਸ਼ੂ ਹੈ। ਦੂਸਰਾ ਟੈਕਨੀਕਲ ਪੁਆਇੰਟ ਦੀ ਆਪਾਂ ਗੱਲ ਕਰੀਏ ਤਾਂ 170 ਸੀਟਾਂ ਦੀ ਗੱਲ ਸੀਗੀ, ਤੇ ਜੋ ਹਰਿਆਣੇ ਦੇ ਨਾਲ ਜੁੜੀਆਂ ਹੋਈਆਂ ਸੀਟਾਂ ਨੇ, ਇਹ ਆਖਿਰ ਇਹਦਾ ਕੀ ਮਾਜਰਾ ਹੈਗਾ? ਦੇਖੋ, ਹਰਿਆਣੇ ਦੇ ਨਾਲ ਜਿਹੜੀਆਂ ਸੀਟਾਂ ਜੁੜੀਆਂ ਨੇ ਉਹ ਹਰਿਆਣਾ ਐਸਜੀਪੀਸੀ ਦੀ ਜੂਰਿਸਡਿਕਸ਼ਨ 'ਚ ਆ ਗਈਆਂ ਨੇ, ਪਰ ਉੱਥੇ ਕਬਜ਼ੇ ਦੀ ਗੱਲ ਹੋ ਗਈ ਸੀ। ਜਦੋਂ ਇਹ ਐਕਟ ਬਣਿਆ, ਐਕਟ ਦੇ ਮੁਤਾਬਕ ਤਾਂ ਸਾਰੇ ਹਰਿਆਣੇ ਦੀ ਜਿੰਨੀ ਪਾਪੂਲੇਸ਼ਨ ਹੈਗੀ ਆ ਜਾਂ ਜੋ ਉਹਨਾਂ ਦੀ ਜ਼ਮੀਨ ਹੈ, ਉਸ ਜ਼ਮੀਨ 'ਤੇ ਜਿੰਨੇ ਵੀ ਗੁਰਧਾਮ ਸਥਾਪਿਤ ਨੇ ਉਹ ਸਾਰੇ ਹਰਿਆਣਾ ਐਸਜੀਪੀਸੀ ਦੀ ਮਲਕੀਅਤ ਨੇ। ਪਰ ਲੇਕਿਨ ਉੱਥੇ ਉਸ ਟਾਈਮ ਵਿਵਾਦ ਪਿਆ ਕਿਉਂਕਿ ਹਰਿਆਣੇ ਦੇ ਵਿੱਚ ਪੰਜਾਬ ਦੀ ਐਸਜੀਪੀਸੀ ਹੋਣ ਦੇ ਵਿੱਚ ਸੀਗੀ, ਤੇ ਇਸ ਲਈ ਉੱਥੇ ਅਕਾਲੀ ਦਲ ਨੇ ਜਾ ਕੇ, ਬਾਕੀ ਉੱਥੋਂ ਦੇ ਜਿਹੜੇ ਲੋਕਲ ਲੀਡਰ ਸੀਗੇ ਸਿੱਖਾਂ ਦੇ, ਝਿੰਡਾ ਸਾਹਿਬ ਹੋਏ, ਹੋਰ ਸਾਰੇ, ਉਹਨਾਂ ਨਾਲ ਟਕਰਾਓ ਹੋਇਆ। ਫਿਰ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਸੀ ਉਹ ਖਰਾਬ ਹੋਈ, ਗੁਰਦੁਆਰੇ 'ਤੇ ਕਬਜ਼ੇ ਹੋਏ, ਤੇ ਉਸ ਵੇਲੇ ਫਿਰ ਸੁਪਰੀਮ ਕੋਰਟ 'ਚ ਮਾਮਲਾ ਗਿਆ ਔਰ ਸੁਪਰੀਮ ਕੋਰਟ ਨੇ, ਮਾਨਯੋਗ ਸੁਪਰੀਮ ਕੋਰਟ ਨੇ ਸਟੇ ਕੀਤਾ ਲਾਅ ਐਂਡ ਆਰਡਰ ਸਿਚੁਏਸ਼ਨ ਵਾਸਤੇ ਕਿ ਜਿਹਦੇ ਕੋਲ ਜਿੰਨੇ ਗੁਰਦੁਆਰੇ ਕਬਜ਼ੇ 'ਚ ਆ ਗਏ ਉਹ ਉਹਦੇ ਕੋਲ ਰਹਿਣ, ਰਿਕਾਰਡ ਮੇਨਟੇਨ ਕਰੋ ਤੁਸੀਂ ਆਪਣਾ ਤੇ ਉਹਨਾਂ ਨੂੰ ਚਲਾਓ। ਸੋ ਅੱਜ ਤੱਕ ਉਹ ਮਾਮਲਾ ਪੈਂਡਿੰਗ ਪਿਆ ਹੈਗਾ। ਜਦ ਕਿ ਇੱਕ ਗੱਲ ਸਾਹਮਣੇ ਆ ਗਈ ਕਿ ਅਗਰ ਸੁਪਰੀਮ ਕੋਰਟ ਨੇ ਇਸ ਗੱਲ ਨੂੰ ਮੰਨ ਲਿਆ ਕਿ ਉੱਥੇ ਉਹਨਾਂ ਦੇ ਕੋਲ ਕਬਜ਼ੇ ਹੈਗੇ ਨੇ ਤੇ ਹਰਿਆਣਾ ਦੇ ਐਸਜੀਪੀਸੀ ਹੋਣ ਦੇ ਵਿੱਚ ਐਗਜ਼ਿਸਟ ਕਰਦੀ ਹੈ, ਤਾਂ ਅੱਜ ਦੀ ਡੇਟ ਦੇ ਵਿੱਚ ਹਰਿਆਣੇ ਦੀ ਜਿਹੜੀ ਐਸਜੀਪੀਸੀ ਆ ਉਹ ਮੌਜੂਦ ਹੈ। ਇਸ ਕਰਕੇ ਹਰਿਆਣੇ ਦੇ ਵਿੱਚ ਕੋਈ ਵੀ ਪੰਜਾਬ ਦੀ ਜਿਹੜੀ ਆਪਾਂ ਐਸਜੀਪੀਸੀ ਦੀ ਗੱਲ ਕਰਦੇ ਹਾਂ, ਉਹਨਾਂ ਦੀ ਹੋਂਦ ਜਿਹੜੀ ਆ ਉਹ ਖਤਰੇ 'ਚ ਹੀ ਹੈ ਔਰ ਕੋਈ ਉਹਨੂੰ ਐਗਜ਼ਿਸਟੈਂਸ ਨਹੀਂ ਮਿਲ ਸਕਦੀ ਹੈਗੀ, ਤੇ ਉਹਦੀਆਂ ਸੀਟਾਂ ਦੀ ਹੱਦਬੰਦੀ ਸਾਰੀ ਇਹ ਰਿਵਿਊ ਕਰਨੀ ਬਣਦੀ ਹੈ। ਜੇ ਆਪਾਂ ਹੁਣ ਦੂਸਰੇ ਪਹਿਲੂ ਦੀ ਗੱਲ ਕਰੀਏ ਰਾਣੂ ਸਾਹਿਬ, ਤਾਂ 2011 ਤੋਂ ਬਾਅਦ ਚੋਣਾਂ ਨਹੀਂ ਹੋਈਆਂ, ਤੇ ਜਿਹੜੀਆਂ ਦੂਸਰੀਆਂ ਪੰਥਕ ਧਿਰਾਂ ਨੇ ਉਹ ਕਹਿੰਦੀਆਂ ਨੇ ਜੀ ਅਕਾਲੀ ਦਲ ਬਾਦਲ ਨੂੰ ਇਹ ਮੌਕਾ ਮਿਲ ਗਿਆ ਵੀ ਉਹਨਾਂ ਦੀ ਜੇਬ 'ਚੋਂ ਪ੍ਰਧਾਨ ਨਿਕਲਦਾ ਐਸਜੀਪੀਸੀ ਦਾ, ਜਾਂ ਕਾਗਜ਼ 'ਤੇ ਲਿਖਿਆ ਆਉਂਦਾ ਇੱਕ ਤਰ੍ਹਾਂ ਦਾ। ਤੁਹਾਡੀ ਇਹਦੇ ਬਾਰੇ ਕੀ ਰਾਏ ਹੈ? ਦੇਖੋ, ਜਿਹੜਾ ਜੇਬ 'ਚੋਂ ਪ੍ਰਧਾਨ ਕੱਢਣ ਦੀ ਗੱਲ ਹੈ ਉਹ ਕੋਈ ਅੱਜ ਦੀ ਨਵੀਂ ਰੀਤ ਨਹੀਂ ਹੈਗੀ। ਹਮੇਸ਼ਾ ਮੰਨਿਆ ਜਾਂਦਾ ਹੈ ਕਿ ਐਸਜੀਪੀਸੀ ਦੇ ਉੱਪਰ ਜਿਹੜੀ ਧਿਰ ਦਾ ਕਬਜ਼ਾ ਹੁੰਦਾ ਉਹ ਪੰਥਕ ਧਿਰ ਉਹੀ ਮੰਨੀ ਜਾਂਦੀ ਹੈ। ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਕੋਈ ਅੱਜ ਦਾ ਨਹੀਂ, ਪਿਛਲੇ ਟੌੜਾ ਸਾਹਿਬ ਵੇਲੇ ਤੋਂ ਹੀ ਉਹਦਾ ਕਬਜ਼ਾ ਅਕਾਲੀ ਦਲ ਦਾ ਹੀ ਰਿਹਾ ਹੈਗਾ। ਅਤੇ ਟੌੜਾ ਸਾਹਿਬ ਨੂੰ ਵੀ ਜਿਹੜੀ ਦੁਬਾਰਾ ਪ੍ਰਧਾਨਗੀਆਂ ਮਿਲਦੀਆਂ ਆਈਆਂ ਨੇ, 20 ਸਾਲ 21 ਸਾਲ ਉਹਨਾਂ ਨੇ ਪ੍ਰਧਾਨਗੀ ਕੀਤੀ, ਉਹ ਵੀ ਅਕਾਲੀ ਦਲ ਦੇ ਬਦੌਲਤ ਹੀ ਕੀਤੀ ਹੈ ਔਰ ਉਹਦੇ ਵਿੱਚ ਵੀ ਨੋਮੀਨੇਸ਼ਨ ਹੀ ਹੁੰਦੀ ਰਹੀ ਹੈ ਉਹਨਾਂ ਦੀ। ਸੋ ਸਿਮਿਲਰਲੀ ਇਸ ਵੇਲੇ ਵੀ ਜਿਹੜੀ ਮਤਲਬ ਕਿ ਕਹਿ ਲਓ ਉਹਨਾਂ ਤੋਂ ਬਾਅਦ, ਟੌੜਾ ਸਾਹਿਬ ਤੋਂ ਬਾਅਦ ਐਸਜੀਪੀਸੀ ਦੇ ਜਿੰਨੇ ਵੀ ਪ੍ਰਧਾਨ ਨਿਯੁਕਤ ਹੋਏ ਨੇ ਉਹ ਸਾਰੇ ਬਾਦਲ ਸਾਹਿਬ ਦੀ ਜਿਹੜੀ ਹੈਗੀ ਆ ਉਹਨਾਂ ਦੀ ਰਹਿਨੁਮਾਈ ਨਾਲ, ਉਹਨਾਂ ਦੇ ਇੱਛਾ ਦੇ ਨਾਲ ਹੀ ਨੋਮੀਨੇਟ ਹੁੰਦੇ ਆਏ ਨੇ। ਅੱਜ ਵੀ ਐਸਜੀਪੀਸੀ ਜਿਹੜੀ ਆ ਉਸੇ ਤਰੀਕੇ ਨਾਲ ਹੀ ਚੱਲ ਰਹੀ ਹੈ ਜਿਸ ਤਰ੍ਹਾਂ ਪਹਿਲਾਂ ਚੱਲ ਰਹੀ ਸੀ, ਕੋਈ ਨਵੀਂ ਗੱਲ ਨਹੀਂ ਹੈ। ਰਾਣੂ ਸਾਹਿਬ, ਜੇ ਆਪਾਂ ਕਰੀਏ ਵੀ ਆਪਣੀ ਕੋਰਟ ਤੋਂ ਬਾਹਰ ਨਿਕਲ ਕੇ, ਜੇ ਮੰਨ ਲਓ ਕਿ SSRO ਸਾਹਿਬ ਤੁਹਾਡੇ ਨਾਲ ਇੱਕ ਅਲੱਗ ਮੀਟਿੰਗ ਕਰਕੇ ਕੋਈ ਸੌਟ ਆਊਟ ਕਰਨਾ ਚਾਹੁੰਦੇ ਨੇ ਇਹਨੂੰ ਆਊਟ ਆਫ ਕੋਰਟ, ਤਾਂ ਕੀ ਕੋਈ ਇਹੋ ਜਿਹੀ ਅੱਗੇ ਬਣ ਸਕਦੀ ਹੈ ਗੱਲਬਾਤ? ਦੇਖੋ, ਸਾਰੋ ਸਾਹਿਬ ਦੇ ਹੱਥ ਵਿੱਚ ਕੁਛ ਨਹੀਂ ਹੈ। ਹੁਣ ਸਾਰੋ ਸਾਹਿਬ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੇ, ਉਹਨਾਂ ਦੀ ਕੁਛ ਲਿਮਿਟਸ ਨੇ, ਉਹਨਾਂ ਦੇ ਲਿਮਿਟਸ ਇਹੀ ਨੇ ਕਿ ਸਿਰਫ ਉਹਨਾਂ ਨੇ ਇਲੈਕਸ਼ਨਾਂ ਤੱਕ ਹੀ ਸੀਮਿਤ ਨੇ ਉਹਨਾਂ ਦੀਆਂ ਪਾਵਰਾਂ ਜਿਹੜੀਆਂ ਨੇ। ਸੋ ਇਹ ਜਿਹੜਾ ਮਾਮਲਾ ਸਾਡੇ ਵਾਲਾ, ਇਸ ਨੂੰ ਅਗਰ ਕੋਈ ਸੌਟ ਆਊਟ ਕਰ ਸਕਦਾ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕਰ ਸਕਦੇ ਨੇ। ਅਕਾਲ ਤਖਤ ਦੇ ਜਥੇਦਾਰ ਸਾਹਿਬ ਕੋਈ ਐਸਾ ਡਿਕਟੇਟ ਇਸ਼ੂ ਕਰਨ ਕਿ ਜਿਹੜੇ ਸਿੱਖ ਪਰਿਵਾਰਾਂ 'ਚ ਪੈਦਾ ਹੋਏ ਨੇ ਉਹ ਸਾਰੇ ਸਿੱਖ ਨੇ ਔਰ ਉਹਨਾਂ ਨੂੰ ਵੋਟਿੰਗ ਅਧਿਕਾਰ ਮਿਲਣਾ ਚਾਹੀਦਾ, ਔਰ ਇਹੀ ਡਿਕਟੈਟ ਜਿਹੜਾ ਅਸੀਂ ਹੁਕਮਨਾਮਾ ਕਹਿੰਦੇ ਆ ਉਸ ਨੂੰ ਅਗਰ ਐਸਜੀਪੀਸੀ ਵੀ ਲਾਗੂ ਕਰੇ, ਔਰ ਐਸਜੀਪੀਸੀ ਬਕਾਇਦਾ ਇੱਕ ਰਿਕਮੈਂਡੇਟਰੀ ਬਾਡੀ ਹੈ, ਉਹ ਪਾਰਲੀਮੈਂਟ ਨੂੰ ਲਿਖ ਕੇ ਭੇਜੇ ਕਿ ਜੀ ਜਿਹੜਾ ਸਿੱਖ ਫੈਮਿਲੀ 'ਚ ਬੋਰਨ ਹੈ ਉਹ ਸਿੱਖ ਹੈ, ਉਹਦਾ ਅਧਿਕਾਰ ਆ ਵੋਟ ਦਾ, ਉਹਨੂੰ ਅਧਿਕਾਰ ਮਿਲਣਾ ਚਾਹੀਦਾ। ਸੋ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਇਹ ਮਤਲਬ ਕਿ ਜੰਗ ਜਿਹੜੀ ਆ ਖ਼ਤਮ ਹੋ ਜਾਂਦੀ ਆ, ਵਿਵਾਦ ਬੜਾ ਖ਼ਤਮ ਹੋ ਜਾਂਦਾ ਅਗਰ ਇਹ ਮਾਮਲਾ ਅਕਾਲੀ ਦਲ ਵੀ ਇਸ ਨੂੰ ਸੁਹਿਰਦੀ ਦੇ ਨਾਲ ਲਵੇ। ਕਿਉਂਕਿ ਅਕਾਲੀ ਦਲ ਦੇ ਵਿੱਚ ਤੁਸੀਂ ਇਹਨਾਂ ਦਾ ਯੂਥ ਵਿੰਗ ਦੇਖ ਲਓ, ਇਹਨਾਂ ਦੇ ਯੂਥ ਵਿੰਗ 'ਚ ਸਾਰੀ
ਬੱਚੇ ਜਿਹੜੇ ਨੇ ਮੌਜੂਦਾ ਨਵੇਂ ਜਿਹੜੇ ਨੇ ਉਹ ਸਾਰੇ ਦਾੜੀ ਕੇਸ ਕੱਟਦੇ ਆ ਤੇ ਬੀਬੀਆਂ ਦੇਖ ਲਓ, ਬੀਬੀਆਂ ਸਾਰੀਆਂ ਬਿਊਟੀ ਪਾਰਲਰ ਜਾਂਦੀਆਂ ਨੇ। ਸੋ ਆਪਾਂ ਇਹ ਗੱਲ ਕਹਿ ਕੇ ਕਿ ਜੀ ਇਹ ਕੇਸਾਂ ਦੇ ਨਾਲ ਸੰਬੰਧਿਤ ਸਿੱਖ ਇਤਿਹਾਸ ਆ ਜਾਂ ਸਿੱਖੀ ਜਿਹੜੀ ਹੈਗੀ ਆ ਅਸੀਂ ਉਹਦੇ ਨਾਲ ਹੀ ਇਹਨੂੰ ਸਿੱਖ ਮੰਨਣਾ ਹੈਗਾ, ਇਹ ਗਲਤ ਹੈ। ਬਾਬੇ ਨਾਨਕ ਦੇ ਸਿੱਖ ਜਿਹੜੇ ਨੇ ਉਹ ਵੀ ਸਿੱਖ ਨੇ। ਸਿੱਖਾਂ ਦਾ ਕੇਸਾਂ ਦੇ ਨਾਲ ਸੰਬੰਧ ਹੈਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ, ਜਿਹਦੇ ਨਾਲ ਖਾਲਸਾ ਦੀ ਸਾਜਨਾ ਹੋਈ ਹੈ। ਔਰ ਖਾਲਸੇ ਨੂੰ ਅਸੀਂ ਰਿਸਪੈਕਟਫੁਲੀ ਕਹਿੰਦੇ ਹਾਂ ਕਿ ਉਹ ਪਾਇਸ ਹੈ, ਉਹ ਸੁਪਰ ਪਾਵਰ ਹੈ। ਸੋ ਖਾਲਸੇ ਦੀ ਅਸੀਂ ਰਿਸਪੈਕਟ ਕਰਦੇ ਹਾਂ ਔਰ ਇਹਦੇ 'ਚ ਖਾਲਸੇ ਨੇ ਹੀ ਚੋਣ ਲੜਨੀ ਆ। ਇਹਦੇ 'ਚ ਮੈਂਬਰਾਂ ਨੇ ਤਾਂ ਜਿਹੜਾ ਬਣਨੇ ਆ ਮੈਂਬਰ ਉਹ ਖਾਲਸੇ ਹੀ ਹੋਣੇ ਆ। ਇਸ ਕਰਕੇ ਕੋਈ ਡਰ ਨਹੀਂ ਹੈ ਸਾਡੀ ਕੌਮ ਨੂੰ ਕਿ ਜੀ ਕਬਜ਼ਾ ਹੋ ਜਾਏਗਾ ਕਿਸੇ SGPC ਤੇ ਸਹਿਜਧਾਰੀ ਦਾ, ਐਸਾ ਕੁਝ ਨਹੀਂ ਹੈ। ਸਾਨੂੰ ਸਹਿਜਧਾਰੀ ਵਰਡ ਹੀ ਖਤਮ ਕਰ ਦੇਣਾ ਚਾਹੀਦਾ। ਸਾਨੂੰ ਰੱਖਣਾ ਹੀ ਸਿੱਖ ਤੇ ਖਾਲਸਾ ਚਾਹੀਦਾ। ਸਿੰਘ ਤੇ ਖਾਲਸਾ ਹੋ ਗਏ ਤੇ ਇੱਧਰ ਇੱਕ ਸਿੱਖ ਹੋ ਗਿਆ। ਸਿੰਘ ਐਂਡ ਖਾਲਸਾ ਇੱਕੋ ਚੀਜ਼ ਹੈ। ਸੋ ਇਸ ਕਰਕੇ ਇਹਦੇ 'ਤੇ ਕੋਈ ਬਹੁਤਾ ਵੱਡਾ ਇਸ਼ੂ ਨਹੀਂ ਹੈਗਾ। ਇਹ ਘਰੇਲੂ ਇਸ਼ੂ ਹੈ, ਅੰਦਰੂਨੀ ਮਾਮਲਾ ਜਿਹਨੂੰ ਸਾਡੀ ਕੌਮ ਅੰਦਰ ਬੈਠ ਕੇ ਬੜੇ ਤਰੀਕੇ ਦੇ ਨਾਲ ਇਹਨੂੰ ਸੌਟ ਆਊਟ ਕਰ ਸਕਦੀ ਹੈ। ਬਹੁਤ ਬਹੁਤ ਸ਼ੁਕਰੀਆ ਰਾਣੂ ਜੀ। ਸੋ ਇਹ ਸਨ ਸਹਿਜਧਾਰੀ ਸਿੱਖ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਪਰਮਜੀਤ ਰਾਣੂ, ਜਿਨ੍ਹਾਂ ਨੇ ਆਪਣੀ ਰਾਏ ਦਿੱਤੀ ਹੈ ਕਿਉਂਕਿ ਇਹ ਸਿੱਖਾਂ ਨੂੰ, ਸਹਿਜਧਾਰੀ ਸਿੱਖਾਂ ਦੇ ਅਧਿਕਾਰ ਨੂੰ ਲੈ ਕੇ, SGPC ਦੇ ਵੋਟਿੰਗ ਰਾਈਟ ਨੂੰ ਲੈ ਕੇ ਕੋਰਟ ਦੇ ਵਿੱਚ ਗਏ ਹੋਏ ਨੇ। ਲਿਟੀਗੇਸ਼ਨ ਚੱਲ ਰਹੀ ਆ, ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਵੀ ਪਹੁੰਚੇ ਹੋਏ ਨੇ ਤੇ ਦੂਸਰੇ ਪਾਸੇ ਸਰਕਾਰਾਂ ਦੀਆਂ ਗੱਲਾਂ ਚੱਲਦੀਆਂ ਨੇ ਕਿ SGPC ਦੀਆਂ ਚੋਣਾਂ ਕਰਵਾਈਆਂ ਜਾਣ, ਜਦੋਂ ਕਿ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਲਿਟੀਗੇਸ਼ਨ ਦੇ ਪਿਆ ਹੋਇਆ ਜਿਹੜਾ ਆਸਪੈਕਟ ਹੈਗਾ ਉਹਨੂੰ ਜਾਂ ਤਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਸੌਟ ਆਊਟ ਕਰ ਸਕਦੇ ਨੇ ਤੇ ਜਾਂ ਫਿਰ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ। ਦੇਖਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਪਹਿਲ ਹੈ ਜਿਹੜੀ ਕਿਸ ਦੇ ਵੱਲੋਂ ਕੀਤੀ ਜਾਵੇਗੀ ਤਾਂ ਕਿ ਜੋ ਸਹਿਜਧਾਰੀ ਸਿੱਖ ਹੈਗੇ ਨੇ ਪੰਜਾਬ ਦੇ, ਜਿਨ੍ਹਾਂ ਦੀ ਬਹੁਤਾਤ ਹੈਗੀ ਹੈ ਸਾਡੇ ਸਮਾਜ ਦੇ ਵਿੱਚ, ਉਹਨਾਂ ਨੂੰ ਇਹ ਵੋਟਿੰਗ ਰਾਈਟ ਮਿਲ ਪਾਉਂਦਾ ਹੈ ਕਿ ਨਹੀਂ। कैमरामैन सुनील दे नाल सुशील गर्चा, दैनिक सवेरा, मोहाली। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।